ਗੁੱਡ ਮਾਰਨਿੰਗ 9th ਕਲਾਸ ਕਿਵੇਂ ਹੋ ਸਾਰੇ। ਤਾਂ ਰਾਜੇ ਮੈਂ ਤੁਹਾਨੂੰ ਟੈਂਸਿਸ ਦੀ ਵੀਡੀਓ ਬਣਾਉਣ ਨੂੰ ਮਨਾ ਕੀਤਾ ਸੀ ਕਿਉਂਕਿ ਮੈਂ ਆਲਰੇਡੀ ਉਹ ਕਵਰ ਕਰ ਚੁੱਕਿਆ ਤੇ ਉਹ ਟੈਂਸਿਸ ਇਸ ਸੈਸ਼ਨ ਦੇ ਲਈ ਆਪਾਂ ਨੂੰ ਲੋੜ ਪੈਣੀ ਸੀ ਉਹਨਾਂ ਦੀ। ਤਾਂ ਉਹ ਵੀਡੀਓ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਇਹ ਸੈਸ਼ਨ ਵੀ ਆਪਾਂ ਕਵਰ ਕਰਦੇ ਹਾਂ ਜੀ। ਤਾਂ ਅੱਜ ਦਾ ਜੋ ਸੈਸ਼ਨ ਹੈ ਡੈਟ ਇਜ਼ ਸੈਸ਼ਨ 15 ਜ਼ਰੂਰਤਾਂ ਸੰਬੰਧੀ ਖਰੀਦੇ ਫਰੋਖਤ ਮਤਲਬ ਸ਼ਾਪਿੰਗ ਫॉर ਨੈਸੈਸਿਟੀਜ਼। ਜਦੋਂ ਆਪਾਂ ਕੋਈ ਚੀਜ਼ ਖਰੀਦਦੇ ਆ ਮਾਰਕੀਟ ਦੇ ਵਿੱਚੋਂ ਕਿਹੜੇ ਵੇਜ਼ ਹੈ ਜਿਸ ਦੇ ਨਾਲ ਅਸੀਂ ਸੈਂਟੈਂਸ ਫਰੇਮ ਕਰ ਸਕਦੇ ਹਾਂ ਤੇ ਇੰਗਲਿਸ਼ ਦੇ ਵਿੱਚ ਕਹਿਣ ਦਾ ਮਤਲਬ ਹੈ ਕਿ ਬੋਲ ਸਕਦੇ ਹਾਂ। ਤਾਂ ਦੇਖਦੇ ਹਾਂ ਜੀ ਇਸ ਦੇ ਵਿੱਚ ਕਿਆ ਆਪਾਂ ਨੂੰ ਕਵਰ ਕਰਨ ਲਈ ਦਿੱਤਾ ਹੋਇਆ। ਤਾਂ ਜਦ ਵੀ ਤੁਸੀਂ ਦੁਕਾਨ ਤੇ ਕੋਈ ਚੀਜ਼ ਖਰੀਦਦੇ ਹੋ ਤਾਂ ਉੱਥੇ ਬਾਰ-ਬਾਰ ਗੱਲਬਾਤ ਬਦਲਦੀ ਹੈ। ਜਿਵੇਂ ਮੰਨ ਲਓ ਕੋਈ ਚੀਜ਼ ਆਪਾਂ ਪਹਿਲਾਂ ਕਹਿ ਰਹੇ ਹਾਂ ਕਿ ਨਹੀਂ ਆ ਚਾਹੀਦਾ ਹੈ ਫਿਰ ਉਹ ਚਾਹੀਦਾ ਹੈ, ਇੱਦਾਂ ਦੀਆਂ ਚੀਜ਼ਾਂ ਆਪਣੇ ਨਾਲ ਹੁੰਦੀਆਂ ਨੇ। ਤਾਂ ਇਸ ਸੈਸ਼ਨ ਦੇ ਵਿੱਚ ਆਪਾਂ ਉਹ ਚੀਜ਼ਾਂ ਸਿੱਖਾਂਗੇ ਜੋ ਆਮ ਤੌਰ ਤੇ ਗੱਲਬਾਤ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਜਿਵੇਂ ਕੁਝ ਵਾਕ ਦਿੱਤੇ ਆਪਾਂ ਨੂੰ, I want a liter of full cream milk, do you have Amul Gold or Mother Dairy? ਵੀ ਮੈਨੂੰ 1 ਲੀਟਰ ਦੁੱਧ ਚਾਹੀਦਾ ਹੈ, ਕਿਆ ਤੁਹਾਡੇ ਕੋਲ ਅਮੁਲ ਗੋਲਡ ਜਾਂ ਮਦਰ ਡਾਇਰੀ ਦਾ ਦੁੱਧ ਹੈ। ਡੂ ਯੂ ਹੈਵ ਕਿਸਾਨ ਜੈਮ, ਕਿਆ ਤੁਹਾਡੇ ਕੋਲ ਜੈਮ ਹੈ, ਮੈਨੂੰ 500 ਗ੍ਰਾਮ ਦੀ ਬੋਟਲ ਚਾਹੀਦੀ ਹੈ, ਵੀ ਅੱਧਾ ਕਿਲੋ ਦੀ ਬੋਟਲ ਚਾਹੀਦੀ ਹੈ। ਕੈਨ ਯੂ ਵੇ ਮੀ ਅ ਕਿਲੋ ਪੋਟੈਟੋਜ਼, ਵੀ 1 ਕਿਲੋ ਆਲੂ ਮੈਨੂੰ ਚਾਹੀਦੇ ਹੈ। I want a packet of Harvest Gold Brown Bread, ਮੈਨੂੰ ਇੱਕ ਪੈਕਟ ਬ੍ਰੈਡ ਦਾ ਚਾਹੀਦਾ। Do you have Britannia cheese slices, ਤਾਂ ਕਿਆ ਤੁਹਾਡੇ ਕੋਲ ਬ੍ਰਿਟਾਨੀਆ ਦਾ ਪਨੀਰ ਜਿਸ ਦੇ ਸਲਾਈਸਿਸ ਹੁੰਦੇ ਆ ਉਹ ਹੈ। ਤਾਂ ਇੱਦਾਂ ਆਪਣੇ ਕੋਲ ਹੋਰ ਵੀ ਵਾਕ ਦਿੱਤੇ ਹੋਏ ਆ, ਇਹ ਸਾਰੇ ਫਿਲਹਾਲ ਨਹੀਂ ਕਵਰ ਕਰ ਰਹੇ ਆਪਾਂ। ਤਾਂ ਹੇਠਾਂ ਦਿੱਤੇ ਵਾਕਾਂ ਨੂੰ ਪੜ੍ਹਦੇ ਹਾਂ। ਹੁਣ ਦੇਖੋ ਜੋ ਇਹ ਚੀਜ਼ ਦਿੱਤੀ ਹੋਈ ਹੈ ਇਸ ਨੂੰ ਦੇਖ ਕੇ ਸਮਝ ਆ ਰਿਹਾ ਕਿ ਇਹ ਐਕਟਿਵ ਪੈਸਿਵ ਵੌਇਸਿਸ ਹੈ। ਤਾਂ ਇਸ ਸੈਸ਼ਨ ਦੇ ਵਿੱਚ ਵੀ ਆਪਾਂ ਐਕਟਿਵ ਪੈਸਿਵ ਵੌਇਸਿਸ ਕਰਾਂਗੇ। ਐਕਟਿਵ ਪੈਸਿਵ ਵੌਇਸਿਸ ਉਦੋਂ ਸਮਝ ਆਉਣਗੇ ਜੇ ਤੁਹਾਨੂੰ ਪਹਿਲਾਂ ਟੈਂਸਿਸ ਦੀ ਨੌਲੇਜ ਹੈ। ਤਾਂ ਦੇਖਦੇ ਹਾਂ 1 by 1 ਸੈਂਟੈਂਸਿਸ। ਜਿਵੇਂ ਰਾਮ ਬਾਇਜ਼ ਬ੍ਰੈਡ ਐਂਡ ਮਿਲਕ ਡੇਲੀ, ਤਾਂ ਰਾਮ ਜੋ ਹੈ ਬ੍ਰੈਡ ਐਂਡ ਮਿਲਕ ਡੇਲੀ ਖਰੀਦਦਾ। ਤਾਂ ਇਸ ਦੇ ਵਿੱਚੋਂ ਆਪਾਂ ਲੱਭਣਾ ਹੈ ਕਿ ਸਬਜੈਕਟ ਕਿਹੜਾ ਹੈ, ਵਰਬ ਕਿਹੜੀ ਹੈ ਤੇ ਆਬਜੈਕਟ ਕਿਹੜਾ ਹੈ। ਤਾਂ ਮੈਂ ਇੱਕ ਵਾਰੀ ਤੁਹਾਨੂੰ ਮਾਰਕ ਕਰਕੇ ਦੱਸਦਾ। ਤਾਂ ਜੋ ਰਾਮ ਹੈ ਉਹ ਸਬਜੈਕਟ ਹੈ, ਬਾਇਜ਼ ਜੋ ਹੈ ਉਹ ਹੈ ਵਰਬ ਐਂਡ ਬ੍ਰੈਡ ਐਂਡ ਮਿਲਕ ਜੋ ਹੈ ਉਹ ਆਪਾਂ ਨੇ ਆਬਜੈਕਟ ਬਣਾਇਆ ਹੋਇਆ ਹੈ। ਤਾਂ ਡੇਲੀ ਨੂੰ ਕਾਮਨ ਰੱਖਿਆ। ਤਾਂ ਐਕਟਿਵ ਦੇ ਵਿੱਚ ਸਿੱਧਾ ਰਹੇਗਾ ਸੈਂਟੈਂਸ ਤੇ ਪੈਸਿਵ ਦੇ ਵਿੱਚ ਜੋ ਆਬਜੈਕਟ ਹੈ ਉਹ ਸਬਜੈਕਟ ਬਣ ਜਾਂਦਾ। ਜਿਵੇਂ ਆਨਸਰ ਬ੍ਰੈਡ ਐਂਡ ਮਿਲਕ ਇਜ਼ ਬਾਊਟ ਬਾਏ ਰਾਮ ਡੇਲੀ। ਤਾਂ ਇਸ ਤਰੀਕੇ ਨਾਲ ਇਸ ਨੂੰ ਕਨਵਰਟ ਕਰਨਾ ਹੈ। ਤਾਂ ਐਕਟਿਵ ਪੈਸਿਵ ਦੇ ਵੀ ਕੁਝ ਸਪੈਸੀਫਿਕ ਰੂਲਸ ਹੈਗੇ ਆ, ਆਪਾਂ ਥੋੜੀ ਦੇਰ ਤੱਕ ਦੇਖਾਂਗੇ। ਨੈਕਸਟ ਸੈਂਟੈਂਸ ਦੇਖਦੇ ਹਾਂ। ਦਾ ਸ਼ਾਪ ਸਟਾਕਸ ਫਰੈਸ਼ ਫਰੂਟਸ ਐਂਡ ਵੈਜੀਟੇਬਲ। ਹੁਣ ਇੱਥੇ ਫਰੈਸ਼ ਫਰੂਟ ਐਂਡ ਵੈਜੀਟੇਬਲ ਨੂੰ ਆਪਾਂ ਆਬਜੈਕਟ ਮੰਨਿਆ, ਤਾਂ ਸ਼ਾਪ ਨੂੰ ਸਬਜੈਕਟ ਤੇ ਪੈਸਿਵ ਦੇ ਵਿੱਚ ਇਸ ਨੂੰ ਕਨਵਰਟ ਕਰਤਾ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਆਰ ਸਟਾਕਡ ਬਾਏ ਦਾ ਸ਼ਾਪ। ਸੇਮ ਥਰਡ ਹੈ ਤੇ ਥਰਡ ਨੂੰ ਆਪਾਂ ਨਹੀਂ ਕਵਰ ਕਰ ਰਹੇ ਹਾਂ। ਤਾਂ ਹੁਣ ਇਸ ਪੈਰਾ ਦੇ ਵਿੱਚ ਦੇਖਦੇ ਹਾਂ ਕਹਿਣਾ ਕਿਆ ਚਾਹੁੰਦੇ ਆ ਆਪਾਂ ਨੂੰ। ਕੀ ਤੁਸੀਂ ਨੋਟ ਕੀਤਾ ਕਿ ਇਹਨਾਂ ਵਾਕਾਂ ਦੇ ਸਮੂਹ ਵਿੱਚ ਕੀ ਅੰਤਰ ਹੈ। ਬਿਲਕੁਲ ਜੀ, ਆਪਾਂ ਨੂੰ ਪਤਾ ਹੈ ਕਿ ਇੱਕ ਜੋ ਉੱਪਰ ਵਾਲਾ ਵਾਕ ਹੈ ਉਹ ਐਕਟਿਵ ਹੈ ਤੇ ਲਾਸਟ ਵਾਲਾ ਜੋ ਹੈ ਉਹ ਪੈਸਿਵ ਹੈ। ਇਹਨਾਂ ਵਾਕਾਂ ਵਿੱਚ ਸਬਜੈਕਟ ਅਤੇ ਆਬਜੈਕਟ ਨੇ ਆਪਣੀ ਥਾਂ ਬਦਲ ਲਈ ਹੈ। ਇਹ ਆਪਾਂ ਨੂੰ ਪੜ੍ਹ ਕੇ ਸਮਝ ਆ ਗਿਆ। ਸਬਜੈਕਟ ਉਹ ਵਿਅਕਤੀ ਜਾਂ ਵਸਤੂ ਹੈ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ। ਤਾਂ ਜਿਵੇਂ ਮਾਈ ਬ੍ਰਦਰ, ਤਾਂ ਇਹ ਸਬਜੈਕਟ ਹੈ, ਇਸ ਬਾਰੇ ਹੀ ਗੱਲ ਕੀਤੀ ਜਾ ਰਹੀ ਹੈ। ਸੈਕਿੰਡ ਦੇ ਵਿੱਚ ਦਾ ਸ਼ਾਪ, ਤਾਂ ਸ਼ਾਪ ਬਾਰੇ ਗੱਲ ਹੋ ਰਹੀ ਹੈ। ਰਾਮ, ਤਾਂ ਰਾਮ ਬਾਰੇ ਗੱਲ ਹੋ ਰਹੀ ਹੈ। ਆਬਜੈਕਟ ਉਹ ਵਿਅਕਤੀ ਜਾਂ ਵਸਤੂ ਹੈ ਜਿਹੜੀ ਕਿ ਵਰਬ ਦੇ ਐਕਸ਼ਨ ਨਾਲ ਪ੍ਰਭਾਵਿਤ ਹੋ ਰਹੀ ਹੈ, ਮਤਲਬ ਜਿਸ ਤੇ ਐਕਸ਼ਨ ਹੋ ਰਿਹਾ, ਜਿਸ ਦੇ ਉੱਪਰ ਕੰਮ ਚੱਲ ਰਿਹਾ। ਜਿਵੇਂ ਬ੍ਰੈਡ ਐਂਡ ਮਿਲਕ, ਹੁਣ ਦੇਖੋ ਬ੍ਰੈਡ ਐਂਡ ਮਿਲਕ ਨੂੰ ਖਰੀਦ ਰਿਹਾ ਮੈਂ, ਤਾਂ ਐਕਸ਼ਨ ਬ੍ਰੈਡ ਐਂਡ ਮਿਲਕ ਤੇ ਹੋ ਰਿਹਾ, ਮਤਲਬ ਕੰਮ ਬ੍ਰੈਡ ਐਂਡ ਮਿਲਕ ਤੇ ਹੋ ਰਿਹਾ। ਫਰੂਟ ਐਂਡ ਵੈਜੀਟੇਬਲ ਸਟਾਕ ਕਰ ਰਿਹਾ, ਜਮਾ ਕਰਕੇ ਰੱਖ ਰਿਹਾ, ਤਾਂ ਕੰਮ ਫਰੂਟ ਐਂਡ ਵੈਜੀਟੇਬਲ ਤੇ ਹੋ ਰਿਹਾ, ਮਤਲਬ ਐਕਸ਼ਨ ਫਰੂਟ ਐਂਡ ਵੈਜੀਟੇਬਲ ਤੇ ਲੱਗ ਰਿਹਾ। ਕਲੀਅਰ ਹੋਈ ਇਹ ਲਾਈਨ। ਇਸ ਲਈ ਪਹਿਲਾ ਵਾਕ ਰਾਮ ਸਬਜੈਕਟ ਅਤੇ ਦੂਜੇ ਵਾਕ ਵਿੱਚ ਆਬਜੈਕਟ ਬਣ ਗਿਆ ਹੈ ਅਤੇ ਪਹਿਲੇ ਵਾਕ ਦਾ ਆਬਜੈਕਟ ਬ੍ਰੈਡ ਐਂਡ ਮਿਲਕ, ਦੂਜੇ ਵਾਕ ਦੇ ਵਿੱਚ ਸਬਜੈਕਟ ਬਣ ਗਿਆ। ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਸੀ। ਪਹਿਲਾ ਵਾਕ ਸਿੱਧੀ ਗੱਲਬਾਤ ਦਰਸਾਉਂਦਾ ਹੈ ਜਦਕਿ
ਦੂਜਾ ਵਾਕ ਬਾਏ ਦੇ ਨਾਲ ਘੁਮਾਵੀ ਗੱਲ ਦਰਸਾਉਂਦਾ ਹੈ। ਇਸ ਲਈ ਆਮ ਤੌਰ ਤੇ ਪਹਿਲੀ ਤਰ੍ਹਾਂ ਦੇ ਵਾਕ ਦੀ ਰਚਨਾ ਨੂੰ ਤਰਜੀਹ ਦਿੱਤੀ ਜਾਂਦੀ ਹੈ। ਤਾਂ ਜ਼ਿਆਦਾਤਰ ਆਪਾਂ ਇੰਗਲਿਸ਼ ਦੇ ਵਿੱਚ ਐਕਟਿਵ ਵੌਇਸਿਸ ਨੂੰ ਯੂਜ਼ ਕਰਦੇ ਹਾਂ, ਪਰ ਜੇ ਤੁਸੀਂ ਪੈਸਿਵ ਵੀ ਥੋੜਾ ਥੋੜਾ ਯੂਜ਼ ਕਰੀ ਜਾਓ ਤਾਂ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਇੰਗਲਿਸ਼ ਨੂੰ ਹੋਰ ਜ਼ਿਆਦਾ ਐਨਹਾਂਸ ਕਰਦਾ, ਵਧੀਆ ਬਣਾਉਂਦਾ। ਤਾਂ ਜਿਵੇਂ ਕੁਝ ਵਾਕ ਦਿੱਤੇ ਹੋਏ ਆ ਸਿੱਧੇ ਤਰੀਕੇ ਨਾਲ, ਸੀਤਾ ਗੇਵ ਅ ਬੁੱਕ ਟੂ ਗੀਤਾ ਟੂ ਰੀਡ, ਗੀਤਾ ਵਾਜ਼ ਗਿਵਨ ਅ ਬੁੱਕ ਟੂ ਬੀ ਰੈਡ ਬਾਏ ਸੀਤਾ। ਹੁਣ ਦੇਖੋ ਘੁੰਮ ਕੇ ਆਇਆ। ਰਵੀ ਪੇਡ ਦਾ ਹਸਪੀਟਲ ਬਿੱਲ, ਦਾ ਹਸਪੀਟਲ ਬਿੱਲ ਵਾਜ਼ ਪੇਡ ਬਾਏ ਰਵੀ। ਤਾਂ ਇੱਦਾਂ ਆਪਾਂ ਘੁਮਾ ਕੇ ਲਿਖ ਰਹੇ ਹਾਂ ਇਸ ਨੂੰ। ਤਾਂ ਉਹ ਵਾਕ ਜਿਹੜੇ ਐਕਟਿਵ ਵੌਇਸ ਹਨ ਉਹਨਾਂ ਵਿੱਚ ਵਰਬ ਨਾਲ ਹੋ ਰਿਹਾ ਐਕਸ਼ਨ ਸਬਜੈਕਟ ਦੁਆਰਾ ਕੀਤਾ ਜਾਂਦਾ। ਉਦਾਹਰਨ, I cooked the meal, he watered the plant, Minu sang the song। ਇੱਦਾਂ ਆਪਣੇ ਕੋਲ ਸਿੱਧੇ ਵਾਕ ਦਿੱਤੇ ਹੈ ਐਕਟਿਵ ਦੇ ਵਿੱਚ, ਮਤਲਬ ਸਬਜੈਕਟ ਦੀ ਗੱਲ ਹੋ ਰਹੀ ਹੈ ਤੇ ਕੰਮ ਆਬਜੈਕਟ ਤੇ ਚੱਲ ਰਿਹਾ। ਤੇ ਇਹਨਾਂ ਨੂੰ ਜੇ ਅਸੀਂ ਪੈਸਿਵ ਬਣਾ ਦਈਏ ਤਾਂ ਉਹਨਾਂ ਵਿੱਚ ਵਰਬ ਨਾਲ ਹੋ ਰਹੇ ਐਕਸ਼ਨ ਆਬਜੈਕਟ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਕਹਿਣ ਦਾ ਭਾਵ ਹੈ ਕਿ ਜੋ ਸਬਜੈਕਟ ਬਣ ਗਿਆ, ਜੋ ਇਸ ਦੇ ਵਿੱਚ ਸਬਜੈਕਟ ਸੀਗਾ ਉਹ ਇਸ ਦੇ ਵਿੱਚ ਆਬਜੈਕਟ ਬਣੇਗਾ, ਤੇ ਇਸ ਦਾ ਜੋ ਸਬਜੈਕਟ ਬਣ ਗਿਆ ਉਹ ਐਕਟਿਵ ਦਾ ਆਬਜੈਕਟ ਸੀਗਾ। ਕਲੀਅਰ ਹੋਇਆ? ਤਾਂ ਆਪਾਂ ਕੁਝ ਵਾਕ ਦੇਖਦੇ ਹਾਂ ਹੁਣ। ਇੱਕ ਦੋ ਵਾਕ ਮੈਂ ਬਿਨਾਂ ਰੂਲ ਦੱਸੇ ਬਣਾ ਕੇ ਤੁਹਾਨੂੰ ਦਿਖਾਣਾ ਤੇ ਬਾਅਦ ਚ ਆਪਾਂ ਦੇਖਦੇ ਹਾਂ ਰੂਲਸ ਨੂੰ। ਤਾਂ ਇਸ ਦੇ ਵਿੱਚ ਆਬਜੈਕਟ ਲੱਭਣਾ ਹੈ। ਦ ਕਲਾਸ ਗ੍ਰੇਟਿਡ, ਪਾਸਟ ਹੈ ਤਾਂ ਵਾਜ਼ ਗ੍ਰੇਟਿਡ ਬਾਏ ਦ ਟੀਚਰ। ਤਾਂ ਐਦਾਂ ਆਪਾਂ ਬਣਾਤਾ। ਤਾਂ ਹੁਣ ਰਾਜੇ ਇਸ ਦੇ ਰੂਲਸ ਦੇਖਦੇ ਹਾਂ। ਸਿਰਫ ਇੱਕੋ ਹੀ ਕਰਵਾਇਆ ਮੈਂ, ਹੁਣ ਇਸ ਦੇ ਥੋੜਾ ਡਿਟੇਲ ਦੇ ਵਿੱਚ ਰੂਲ ਦੇਖਦੇ ਹਾਂ ਤੇ ਫਿਰ ਅੱਗੇ ਕਰਦੇ ਹਾਂ ਆਪਾਂ। ਤਾਂ ਇਹ ਜੋ ਹੈ ਰਾਜੇ ਇਹ ਰੂਲ ਹੈ ਤੁਹਾਡੇ ਐਕਟਿਵ ਐਂਡ ਪੈਸਿਵ ਵੌਇਸਿਸ ਦੇ। ਹੁਣ ਦੇਖੋ ਇਸ ਦੇ ਵਿੱਚ ਆਪਣੇ ਕੋਲ ਕਿਆ ਦਿੱਤਾ ਹੋਇਆ, ਜਿਵੇਂ ਪ੍ਰੈਜ਼ੈਂਟ ਸਿੰਪਲ ਹੈ। ਪ੍ਰੈਜ਼ੈਂਟ ਸਿੰਪਲ ਦੇ ਵਿੱਚ ਆਪਾਂ ਨੂੰ ਸਬਜੈਕਟ ਪਲੱਸ ਵਰਬ ਦੀ ਫਸਟ ਫਾਰਮ ਦਿੱਤੀ ਹੋਈ ਹੈ। ਤਾਂ ਟੈਂਸ ਦਾ ਰੂਲ ਕਿਆ ਕਹਿੰਦਾ ਹੈ ਕਿ ਪ੍ਰੈਜ਼ੈਂਟ ਸਿੰਪਲ ਦੇ ਵਿੱਚ ਐਸ ਔਰ ਈ ਐਸ ਲੱਗਦਾ ਹੈ ਤੇ ਸਬਜੈਕਟ ਲੱਗਦਾ ਹੈ ਤੇ ਵਰਬ ਦੀ ਫਸਟ ਫਾਰਮ ਲੱਗਦੀ ਹੈ, ਜੋ ਐਸ ਔਰ ਈ ਐਸ ਵਰਬ ਦੀ ਫਸਟ ਫਾਰਮ ਦੇ ਨਾਲ ਲੱਗਦਾ। ਜਿਵੇਂ ਇੱਕ ਐਗਜ਼ਾਮਪਲ ਹੈ, ਆਈ ਮੇਕ ਅ ਕੇਕ, ਇਹ ਹੋ ਗਿਆ ਐਕਟਿਵ। ਅਗਰ ਇਸੇ ਨੂੰ ਪੈਸਿਵ ਦੇ ਵਿੱਚ ਬਦਲਣਾ ਤਾਂ ਰੂਲ ਹੁੰਦਾ ਹੈ ਜੋ ਸਬਜੈਕਟ ਹੈ ਵੈਸੇ ਹੀ ਰਹੇਗਾ ਤੇ ਐਮ ਇਜ਼ ਆਰ ਜਾਂ ਇਜ਼ ਐਮ ਆਰ ਆ ਜਾਏਗਾ ਤੇ ਵਰਬ ਨੂੰ ਥਰਡ ਫਾਰਮ ਦੇ ਵਿੱਚ ਬਦਲ ਦੇਣਾ। ਤੇ ਉਹੀ ਹੈ ਜੋ ਐਕਟਿਵ ਦਾ ਸਬਜੈਕਟ ਹੈ ਉਹ ਪੈਸਿਵ ਦਾ ਆਬਜੈਕਟ ਬਣੇਗਾ ਤੇ ਜੋ ਐਕਟਿਵ ਦਾ ਆਬਜੈਕਟ ਹੈ ਉਹ ਪੈਸਿਵ ਦਾ ਸਬਜੈਕਟ ਬਣੇਗਾ। ਦੇਖਦੇ ਹਾਂ ਆਈ ਮੇਕ ਅ ਕੇਕ। ਹੁਣ ਦੇਖੋ ਇਸ ਦੇ ਵਿੱਚ ਆਬਜੈਕਟ ਲੱਭੋ, ਅ ਕੇਕ। ਅ ਕੇਕ ਬਣੇਗਾ ਸਬਜੈਕਟ ਪੈਸਿਵ ਦੇ ਵਿੱਚ। ਤਾਂ ਅ ਕੇਕ ਇਜ਼ ਮੇਡ, ਹੁਣ ਦੇਖੋ ਕੇਕ ਇੱਕ ਹੈ ਤਾਂ ਇਜ਼ ਲੱਗ ਗਿਆ, ਵਰਬ ਦੀ ਥਰਡ ਫਾਰਮ ਲੱਗਣੀ ਸੀ ਤਾਂ ਇਜ਼ ਮੇਡ ਬਾਏ ਮੀ। ਕਲੀਅਰ ਹੋਇਆ? ਤਾਂ ਨੈਕਸਟ ਦੇਖਦੇ ਹਾਂ ਪ੍ਰੈਜ਼ੈਂਟ ਕੰਟੀਨਿਊਸ। ਸਿਰਫ ਦੋ ਕਰਕੇ ਫਿਰ ਆਪਾਂ ਵਾਕ ਲੱਭਦੇ ਹਾਂ ਇਹਨਾਂ ਦਾ, ਬਣਾ ਕੇ ਦੇਖਦੇ ਹਾਂ। ਹੁਣ ਦੇਖੋ ਟੈਂਸ ਦੇ ਅਕੋਰਡਿੰਗ ਪ੍ਰੈਜ਼ੈਂਟ ਕੰਟੀਨਿਊਸ ਹੈ ਸਬਜੈਕਟ ਇਜ਼ ਐਮ ਆਰ, ਵਰਬ ਦੀ ਫਸਟ ਫਾਰਮ ਦੇ ਨਾਲ ਆਈ ਐਨ ਜੀ। ਵਾਕ ਦੇਖਦੇ ਹਾਂ, ਦੇ ਆਰ ਪਲਾਂਟਿੰਗ ਸਮ ਟਰੀ, ਵੀ ਉਹ ਕੁਝ ਪੌਦੇ ਲਗਾ ਰਹੇ ਹਨ। ਤੇ ਜੇ ਇਸ ਨੂੰ ਪੈਸਿਵ ਦੇ ਵਿੱਚ ਬਦਲਣਾ ਹੈ ਤਾਂ ਸਬਜੈਕਟ ਉਹੀ ਹੈ ਇਸ ਦਾ ਸਬਜੈਕਟ ਆਬਜੈਕਟ ਤੇ ਇਸ ਦਾ ਆਬਜੈਕਟ ਸਬਜੈਕਟ ਪੈਸਿਵ ਦੇ ਵਿੱਚ। ਤਾਂ ਸਬਜੈਕਟ ਪਲੱਸ ਇਜ਼ ਐਮ ਆਰ, ਆਈ ਐਨ ਜੀ ਹਟਾ ਕੇ ਬੀਇੰਗ ਲਗਾ ਦੇਣਾ, ਬੀ ਪਲੱਸ ਆਈ ਐਨ ਜੀ ਲਗਾ ਦਾਂਗੇ, ਬੀਇੰਗ ਲੱਗ ਜਾਏਗਾ ਤੇ ਵਰਬ ਦੀ ਥਰਡ ਫਾਰਮ। ਜਿਵੇਂ ਇੱਥੇ ਆਬਜੈਕਟ ਹੈ ਸਮ ਟਰੀ ਤਾਂ ਉਰੇ ਸਬਜੈਕਟ ਬਣਾਤਾ, ਸਮ ਟਰੀਜ਼ ਆਰ ਬੀਇੰਗ ਪਲਾਂਟਿਡ। ਕਲੀਅਰ ਹੋਇਆ? ਤਾਂ ਹੁਣ ਦੇਖਦੇ ਹਾਂ ਜੀ ਦੋਵੇਂ ਤੇ ਇਹਨਾਂ ਬਾਰੇ ਥੋੜਾ ਜਿਹਾ ਸੈਂਟੈਂਸ ਬਣਾ ਕੇ ਦੇਖਦੇ ਹਾਂ। ਹੁਣ ਦੇਖੋ ਇਹ ਵਾਲਾ ਜੋ ਸੈਂਟੈਂਸ ਹੈ ਮੈਂ ਮਾਰਕ ਕਰਕੇ ਦੱਸਦਾ ਤੁਹਾਨੂੰ, ਜੋ ਮਦਰ ਵਾਲਾ ਹੈ ਤੇ ਚੇਅਰਸ ਵਾਲਾ ਹੈ, ਇਹ ਦੋਵੇਂ ਆਪਣੇ ਸਿੰਪਲ ਪ੍ਰੈਜ਼ੈਂਟ ਦੇ ਵਿੱਚ ਹੈ, ਸਿੰਪਲ ਪ੍ਰੈਜ਼ੈਂਟ ਦੇ ਵਿੱਚ ਦਿੱਤੇ ਹੋਏ ਨੇ। ਹੁਣ ਅਗਰ ਇਹ ਸਿੰਪਲ ਪ੍ਰੈਜ਼ੈਂਟ ਦੇ ਵਿੱਚ ਹੈ ਤਾਂ ਰੂਲ ਇੱਕ ਵਾਰੀ ਦੱਸੋ ਮੈਨੂੰ ਕਿਆ ਸੀਗਾ ਰੂਲ, ਇੱਕ ਵਾਰੀ ਦੇਖਦੇ ਹਾਂ। ਤਾਂ ਸਿੰਪਲ ਪ੍ਰੈਜ਼ੈਂਟ ਦਾ ਸੀਗਾ ਕਿ ਸਬਜੈਕਟ ਇਜ਼ ਐਮ ਆਰ ਤੇ ਵਰਬ ਦੀ ਥਰਡ ਫਾਰਮ। ਤਾਂ ਬਣਾਉਣ ਦੀ ਕੋਸ਼ਿਸ਼ ਕਰੀਏ ਆਪਾਂ ਇਸ ਨੂੰ, ਤਾਂ ਟਰਾਈ ਕਰਦੇ ਹਾਂ ਜੀ। ਮੇਰੇ ਨਾਲ ਨਾਲ ਤੁਸੀਂ ਵੀ ਬਣਾਇਓ ਪਲੀਜ਼ ਤਾਂ ਕਿ ਤੁਹਾਨੂੰ ਕਲੀਅਰ ਹੋਵੇ। ਹੁਣ ਦੇਖੋ ਪਹਿਲਾਂ ਤਾਂ ਡਿਟੈਕਟ ਕਰਨਾ ਕਿ ਇਸ ਦਾ ਆਬਜੈਕਟ ਕਿਹੜਾ। ਇਸ ਦਾ ਆਬਜੈਕਟ ਹੈ ਦਾ ਬੈਸਟ ਡੋਸਾਜ਼। ਆਪਾਂ ਇਸ ਨੂੰ ਸਬਜੈਕਟ ਬਣਾਵਾਂਗੇ ਪੈਸਿਵ ਤੇ, ਦਾ ਬੈਸਟ
डोसाज। उस तो बाद हुण देखो डोसाज एक नहीं है, बहुवचन है, प्लूरल है, तो आर क्लियर। मेक दी थर्ड फॉर्म की है, मेड। उस तो बाद बाय माय मदर। क्लियर होया जी। हुण ये वाला भी बना के देखो। इस दे विच पहला ऑब्जेक्ट लभो। ऑब्जेक्ट देखो अ लॉट ऑफ नॉइज, तो लिखते हैं अ लॉट ऑफ नॉइज। तो नॉइज सिंगल चीज है, सिंगुलर है, तो अ लॉट ऑफ नॉइज इज। मेक दी थर्ड फॉर्म मेड बाय दिस चेयर। क्लियर होया। हुण देखो जो नेक्स्ट है सेकेंड ऋतु, रेड आउट अ पैराग्राफ फ्रॉम द बुक। ये है पास्ट सिंपल। समीता गिव सम मनी टू द चाइल्ड, ये भी पास्ट सिंपल है। जिवें आपां नूं ये दिता होया वी सैल ओनली रिफाइंड शुगर, ये प्रेजेंट सिंपल है। वी सैल, सैल फर्स्ट फॉर्म है, तो वी दे नाल जे कोई वर्ब है तो उस दे नाल एस और एस नहीं आंदा। तो बनाने की कोशिश करते हैं। तो इस दे विच आपां पहला लभना है कि अपना जो ऑब्जेक्ट है वो किहड़ा है। तो ऑब्जेक्ट आ दिता होया ओनली रिफाइंड शुगर, तो इसनों आपां पहले लिखिए ओनली रिफाइंड शुगर। हुण देखो शुगर सिंगल है, सिंगुलर है, तो इस दे नाल इज आएगा, एम आएगा या आर आएगा। आई थिंक एम आएगा, है ना, या आर भी आ सकता है। गलत है, बिल्कुल जी इज आएगा। तो ओनली रिफाइंड शुगर इज सैल दी थर्ड फॉर्म सोल्ड बाय, वही नूं कन्वर्ट कर देंगे अस दे विच। ये तो तुहानूं पता होएगा, ही हिम दे विच, वही अस दे विच, शी हर दे विच इदां कन्वर्ट हुंदे आ, आई मी दे विच कन्वर्ट हुंदे आ। होर देखते हैं जे इस दे विच आपां नूं किते लभदा है, एक आ सैवंथ है। सैवंथ भी अपना सिंपल प्रेजेंट है। तो इस दे विच आपां देखते हैं ऑब्जेक्ट किहड़ा पहला। हुण पूरा सेंटेंस है रामू सन सेल्स पॉटरवेयर एट कमला नगर मार्केट। हुण देखो इस दे विच पॉटरवेयर जो है वो आपां कह सकते हैं कि ऑब्जेक्ट है। हुण एट कमला नगर मार्केट इसनों आपां कॉमन लै सकते हैं, भी इसकी थां नहीं चेंज करते, इत्थे ही लगा देंगे। अब बनाने की कोशिश करते हैं पॉटर वेयर। हुण देखो पॉटर वेयर सिंगुलर है, तो इज सोल्ड थर्ड फॉर्म बाय रामूज सन, किथे एट कमला नगर मार्केट। क्लियर होया। तो होर लभदे हैं, नहीं जी होर कोई है नहीं। तो आप अगले रूल देखते हैं। नैक्सट रूल्स जो अपने को है वो है प्रेजेंट कंटीन्यूअस। आप कर चुके सी, प्रेजेंट कंटीन्यूअस भी एक बार निगाह मार लें। जो कोई प्रेजेंट कंटीन्यूअस आपको लभदा है, तो मैनू नहीं लगता कि इत्थे कोई प्रेजेंट कंटीन्यूअस आपको दिता होया नहीं है। जो आप पास्ट देखांगे, पास्ट दे विच आपां थोड़ा जिहा देखते हैं रूल। एक बार डिटेल प्रेजेंट परफेक्ट भी देख लेने। प्रेजेंट परफेक्ट दा रूल कहता सबजैक्ट हैज़ हैव आएगा तो वर्ब की थर्ड फॉर्म आएगी। जिमें समवन हैज़ इटन माई एप्पल, तो जे पैसिव बनाना हो तो सबजैक्ट हैज़ हैव दे नाल बीन लगा दो, तो वर्ब की थर्ड फॉर्म लगा दो। जिमें माई एप्पल हैज़ बीन इटन, तो इसी नूं वही रूल है, सबजैक्ट नूं ऑब्जैक्ट बना दो, ऑब्जैक्ट नूं सबजैक्ट। तो जो प्रेजेंट परफेक्ट कंटीन्यूअस है ये पैसिव दे बहुत घट यूज होंगे, तो इन्हां च आपां इन्ना टाइम नहीं वेस्ट करते। आप अगे चलते हैं जिवें फ्यूचर विल दे नाल। तो फ्यूचर सिंपल किदां कन्वर्ट होंदा है, सबजैक्ट विल शैल वर्ब की फर्स्ट फॉर्म पैसिव दे विच है। जे एक्टिव दे विच बनाना तो सबजैक्ट विल बी, विल दे नाल बी वर्ब की थर्ड फॉर्म। तो जिवें माई पेरेंट विल टेक मी टू द पार्टी। हुण इस दे विच आपां लभांगे कि ऑब्जेक्ट किहड़ा है। तो ऑब्जेक्ट इन्होंने मी बना लिया, तो इसनों कन्वर्ट करते हैं आई विल बी, आई विल बी टेक दी थर्ड फॉर्म टेकन टू द पार्टी बाय माई पेरेंट। तो इदां भी बना सकते हैं। कंटीन्यूअस दे विच है सबजैक्ट दे नाल विल शैल ते बी प्लस वर्ब दी थर्ड फॉर्म अगर एक्टिव है। पैसिव बनाना हो तो सबजैक्ट विल शैल प्लस बी प्लस बीइंग
वर्ब दी थर्ड फॉर्म जी फ्यूचर अपनी एक्सरसाइज ਦੇ ਵਿੱਚ ਨਹੀਂ ਦਿੱਤਾ ਹੋਇਆ फ्यूचर परफेक्ट ਦਾ ਰੂਲ ਹੈ s plus subject plus will have verb ਦੀ थर्ड फॉर्म ਜੇ ਇਸ ਨੂੰ ਐਕਟਿਵ ਜੇ ਇਸ ਨੂੰ ਪੈਸਿਵ ਬਣਾਉਣਾ ਹੋਵੇ ਤਾਂ subject will have been verb ਦੀ थर्ड फॉर्म एग्जांपल ਜਿਵੇਂ they will have completed the project before the deadline ਤਾਂ ਇਸ ਨੂੰ ਜੇ ਪੈਸਿਵ ਬਣਾ ਰਹੇ ਹਾਂ ਤਾਂ project will have been completed before the deadline past वाला tense ਕਰਦੇ ਹਾਂ ਆਪਾਂ past ਨੂੰ ਮੈਂ ਥੋੜਾ ਜਿਹਾ ਉੱਪਰ ਕਰਕੇ ਸ਼ੋ ਕਰਦਾ ਤਾਂ ਇਹ ਰਹਿ ਜੀ ਆਪਣਾ past simple ਹੁਣ ਦੇਖੋ past simple ਦੇ ਵਿੱਚ verb ਦੀ second form ਹੁੰਦੀ ਹੈ ਸਿਰਫ ਜਿਵੇਂ they restore ਦੀ second form restored the building ਇਸ ਨੂੰ ਜੇ ਪੈਸਿਵ ਬਣਾਉਣਾ ਹੋਵੇ ਤਾਂ subject was were verb ਦੀ third form ਤੇ ਇਸ ਦੇ ਵਿੱਚ ਆਪਣੇ ਕੋਲ ਪਹਿਲਾਂ ਇਹਨਾਂ ਦੇ ਵਿੱਚੋਂ ਦੇਖਦੇ ਹਾਂ ਰਿਤੂ read out ਹੁਣ ਦੇਖੋ read ਵੈਸੇ ਆਪਾਂ ਨਾਰਮਲੀ ਕਹਿੰਦੇ ਆ read ਵੈਸੇ read ਨਹੀਂ ਹੁੰਦਾ ਤਾਂ read read ਹੁੰਦਾ ਤਾਂ ਰਿਤੂ read ਇਹ ਪਾਸਟ ਹੈ ਜੀ ਪਾਸਟ ਨੂੰ ਆਪਾਂ ਕਨਵਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸ ਦੇ ਵਿੱਚੋਂ ਪਹਿਲਾਂ ਲੱਭਣਾ ਹੈ ਕਿ ਆਬਜੈਕਟ ਕਿਹੜਾ ਆ ਪੈਰਾਗ੍ਰਾਫ ਨੂੰ ਆਬਜੈਕਟ ਮੰਨ ਲੈਂਦੇ ਆ ਤੇ ਫਰੋਮ ਦਾ ਬੁੱਕ ਨੂੰ ਕਾਮਨ ਮੰਨ ਲੈਂਦੇ ਆ ਜੇ ਫਰੋਮ ਦਾ ਬੁੱਕ ਤੁਸੀਂ ਨਾਲ ਵੀ ਰੱਖਣਾ ਤਾਂ ਵੀ ਚੱਲ ਜਾਏਗਾ ਤਾਂ ਮੈਂ ਕਾਮਨ ਮੰਨ ਕੇ ਚੱਲ ਰਿਹਾ ਜਿਵੇਂ ਅ ਪੈਰਾਗ੍ਰਾਫ ਤਾਂ ਪੈਰਾਗ੍ਰਾਫ ਸਿੰਗਲ ਹੈ ਤਾਂ ਵਾਜ਼ ਲੱਗੇਗਾ ਵਾਜ਼ ਰੀਡ ਦੀ ਥਰਡ ਫਾਰਮ read out by Ritu from the book clear the child was given some money by Samita clear ਇਹ ਅਭਿਆਸ ਆਪਣਾ ਕੰਪਲੀਟ ਹੋ ਗਿਆ ਰਾਜੇ ਇਹ ਅਭਿਆਸ ਵੀ ਤੁਸੀਂ ਕਾਪੀ 'ਚ ਕਰ ਲਿਓ ਕੋਈ ਪਤਾ ਨਹੀਂ ਇਸ ਦੇ ਵਿੱਚੋਂ ਵੀ ਕਈ ਵਾਰੀ ਆ ਜਾਂਦਾ ਕਿਉਂਕਿ ਫਿਲਿੰਗ ਦਾ ਬਲੈਂਕਸ ਟਾਈਪ ਹੀ ਹੈ ਤਾਂ ਕਾਫੀ ਈਜ਼ੀ ਸੀਗਾ ਜੀ ਇਸ ਦੇ ਵਿੱਚ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਕੋਲ ਕਿੱਥੇ ਦਿੱਤਾ ਹੋਇਆ ਤਾਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਪੈਸਿਵ ਵਾਲੇ ਕਿਹੜੇ ਆ ਉਸ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਜਿਵੇਂ ਐਟ ਦਾ ਮਾਲ ਦਾ ਸੇਲਸਮੈਨ ਸ਼ੋਡ ਮੀ a lot of pretty dress ਤਾਂ ਐਟ ਦਾ ਮਾਲ ਨੂੰ ਕਾਮਨ ਮੰਨ ਲੈਂਦੇ ਆਪਾਂ ਐਟ ਦਾ ਮਾਲ ਹੁਣ ਇਸ ਦੇ ਵਿੱਚੋਂ ਆਪਾਂ ਪਹਿਲਾਂ ਲੱਭਦੇ ਹਾਂ ਕਿ ਆਬਜੈਕਟ ਕਿਹੜਾ ਤਾਂ ਆਬਜੈਕਟ ਇਹ ਹੈ a lot of pretty dresses a lot of pretty dresses ਹੁਣ ਦੇਖੋ dresses ਜ਼ਿਆਦਾ ਹੈ ਤਾਂ were ਆਏਗਾ were ਹੁਣ show ਜਿਹੜਾ ਹੈ ਉਹ ਥਰਡ ਫਾਰਮ ਦੇ ਵਿੱਚ ਬਣਾਉਣਾ ਤਾਂ ਸੇਮ ਹੀ ਬਣ ਜਾਏਗਾ showed by the salesman ਹੁਣ ਦੇਖੋ ਜੋ 9th ਹੈ ਉਹ ਵੀ ਆਪਣੇ ਕੋਲ ਥੋੜਾ ਟ੍ਰਿਕੀ ਜਿਹਾ ਦਿੱਤਾ ਹੋਇਆ ਇਸ ਦੇ ਵਿੱਚ ਆਪਣੇ ਕੋਲ ਆਬਜੈਕਟ ਦੋ ਤਰ੍ਹਾਂ ਦੇ ਜਿਵੇਂ ਹਿਮ ਵੀ ਆਬਜੈਕਟ ਹੈ ਤੇ ਟੂ ਸ਼ੋ ਹਰ ਸਮ ਬਿਗ ਪੋਟਸ ਇਹ ਵੀ ਆਬਜੈਕਟ ਹੈ ਪਰ ਟੂ ਸ਼ੋ ਹਰ ਸਮ ਬਿਗ ਪੋਟਸ ਨੂੰ ਆਪਾਂ ਕਾਮਨ ਮੰਨ ਲਾਂਗੇ ਤਾਂ ਹਿਮ ਤੋਂ ਸ਼ੁਰੂ ਕਰਾਂਗੇ ਹੀ ਸਿੰਗਲ ਹੈ ਤਾਂ ਵਾਜ਼ ਆਸਕ ਦੀ ਥਰਡ ਫਾਰਮ ਆਸਕਡ ਹੀ ਵਾਜ਼ ਆਸਕਡ ਬਾय the woman to show her some big pots clear ਹੋਇਆ ਜੀ then active ਵਾਲੇ ਵੀ ਬਣਾ ਕੇ ਦੇਖਦੇ ਹਾਂ ਆਪਾਂ ਸਿਰਫ ਰਿਵਰਸ ਲਗਾਉਣਾ ਹੈ ਇਸ ਨੂੰ ਕਹਾਂਗੇ my parent asked me to choose anything बाकी सारा उदा ही आ जाएगा क्लियर नेक्स्ट देखते हैं I was given a discount on the blue dress ਹੁਣ ਰਾਜੇ ਜਿਹੜਾ 8th ਵਾਲਾ ਹੈ ਇਸ ਦੇ ਵਿੱਚ ਦੇਖੋ R ਆ ਗਿਆ ਤਾਂ R ਆਪਣਾ present ਹੁੰਦਾ ਹੈ present simple ਹੁੰਦਾ ਹੈ he sells clear ਤਾਂ 10th ਰਾਜੇ ਮੈਂ ਤੁਹਾਡੇ ਲਈ ਛੱਡ ਰਿਹਾ ਵੀਡੀਓ ਤੁਹਾਨੂੰ ਸਮਝ ਆਇਆ ਹੋਵੇਗਾ ਕਾਫੀ ਡਿਟੇਲ ਦੇ ਵਿੱਚ ਆਪਾਂ ਕੀਤਾ ਤੇ ਕਾਫੀ ਲੰਬਾ ਵੀ ਚਲਾ ਗਿਆ ਵੀਡੀਓ ਤਾਂ ਇਸ ਨੂੰ ਧਿਆਨ ਨਾਲ ਪੜ੍ਹਿਓ ਤੁਸੀਂ ਦੁਬਾਰਾ ਤੋਂ ਤੇ ਇੱਕ ਵਾਰੀ ਸਟੱਡੀ ਜ਼ਰੂਰ ਕਰਿਓ ਰੂਲਸ ਨੂੰ ਨੋਟ ਕਰ ਲਿਓ ਕਾਪੀ ਦੇ ਵਿੱਚ ਜੇ ਨਹੀਂ ਯਾਦ ਹੁੰਦੇ ਤਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ till then goodbye take care